अस्सलाम वालेकुम दोस्तों, की हाल चाल है? ठीक हो दोस्तों? गल्लां कुछ ਇਹੋ ਜਿਹੀਆਂ ਕਰਨੀਆਂ ਨੇ ਕਿ मैं पहले तो गल दसा कि मैं मुखातब होना हमेशा मुहिब वतन पाकिस्तानी नाल, ਜਿਹੜੇ पाकिस्तान वास्ते प्यार रखते हैं अपने दिल दे विच। गल्लां कित्थे पहुंचियां ने? फर्क देखो, ਅਸੀਂ ਨਾਲ फर्क भी देखांगे, नाल गल्लां भी करांगे। फर्क ਇਹ है कि एक बंदे ते सख्तियां आंदियां ने, परेशानियां बनदियां ने, पता नहीं ਕਿਹੜੇ-ਕਿਹੜੇ ਜ਼ੁਲਮਾਂ ਦੇ ਪਹਾੜ ਤੋੜते ਜਾਂਦੇ ਨੇ। ਉਹ ਕੀ ਕਹਿੰਦਾ ਜੀ मैं अपने फैसले अल्लाह पाक ते छड्डना। याद आ गया ਤੁਹਾਨੂੰ ਕੋਈ ਬਹੁਤੀ ਤਫਸੀਲ ਦੱਸਣ ਦੀ ਲੋੜ ਨਹੀਂ। ਰੋਜ਼ ਤੇ ਤੁਸੀਂ ਸੁਣਦੇ ਹੋ, ਹਰ ਵਕਤ ਸੋਸ਼ਲ ਮੀਡੀਆ ਤੇ ਦੂਸਰਾ ਮੀਡੀਆ ਸੁਣਦੇ ਰਹਿੰਦੇ ਜੇ। ਉਹ ਅੱਲਾਹ ਪਾਕ ਤੇ ਸਾਰਾ ਕੁਝ ਛੱਡ ਦਿੰਦਾ ਹੈ। ਦੂਸਰਾ ਬੰਦਾ ਉਹ ਸਾਰਾ ਕੁਝ ਟਰੰਪ ਤੇ ਛੱਡ ਦਿੰਦਾ ਹੈ ਕਿ ਮੈਂ ਆਪਣੇ ਫੈਸਲੇ ਟਰੰਪ ਤੇ ਛੱਡਣਾ। ਤੇ ਟਰੰਪ ਦਾ ਇੰਤਜ਼ਾਰ ਦੇਖੋ ਕਿਸੇ ਤਰੀਕੇ ਨਾਲ ਕਰਦਾ ਹੈ। ਉਹਦਾ ਮਕਸਦ ਹੁੰਦਾ ਕਿ ਮੈਂ ਇਹਨਾਂ ਨੂੰ ਜ਼ਰਾ ਉਲਝਾਈ ਰੱਖਾਂ ਮਸਲੇ ਮਸਾਇਲ ਦੇ ਵਿੱਚ। ਇਹ ਮਜ਼ਾਕਰਾਤ ਖੇਡੀਏ, ਟਾਈਮ ਲੰਘੇ ਤੇ ਮੇਰਾ ਟਰੰਪ ਆ ਜਾਵੇ। ਇਹ ਉਹ ਟਰੰਪ ਹੈ, ਉਸ ਅਮਰੀਕਾ ਦਾ ਸਦਰ ਹੈ ਜਿਹਦੇ ਕੋਲ ਕੀ ਆਜ਼ਾਦੀ ਲੈਣੀ ਸੀ ਤੇ ਜਿਹੜੇ ਉਹਨਾਂ ਦੇ ਫਾਲੋਅਰ ਨੇ ਉਹ ਗੱਡੀਆਂ ਦੇ ਪਿੱਛੇ ਐਬਸੋਲੂਟਲੀ ਨੋਟ ਤੇ ਹਕੀਕੀ ਆਜ਼ਾਦੀ, ਅਮਰੀਕਾ ਤੋਂ ਆਜ਼ਾਦੀ ਤੇ ਪਾਰਲੀਮੈਂਟ ਦੇ। ਤੁਹਾਨੂੰ ਯਾਦ ਹੈ ਕਿ ਅਮਰੀਕਾ ਦਾ ਜੋ ਯਾਰ ਹੈ ਗੱਦਾਰ ਹੈ ਤੇ ਆਰਟੀਕਲ 5 ਵੀ ਠੋਕਤਾ ਸੀ ਦੂਸਰਿਆਂ ਤੇ ਕਿ ਬਾਹਰ ਦੀ ਹਕੂਮਤਾਂ ਦੇ ਨਾਲ ਸਾਰਾ ਕੁਝ ਹੋਇਆ ਹੈ। ਪਰ ਉਹ ਗੱਲਾਂ ਆਲਰੇਡੀ ਤੁਸੀਂ ਰੱਟ ਚੁੱਕੇ ਹੋ, ਤੁਸੀਂ ਵੀ ਰੱਟ ਚੁੱਕੇ ਹੋ, ਮੈਂ ਵੀ ਰੱਟ ਚੁੱਕਿਆ ਤੇ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਮੇਰੇ ਦੋਸਤੋ, ਗੱਲ ਤੇ ਗੌਰ ਕਰੋ ਕਿ ਹੋ ਕੀ ਰਿਹਾ, ਤਰੀਕੇਕਾਰ ਕੀ ਹੈ। ਮਜ਼ਾਕਰਾਤ ਕਰੋ, ਸਾਰਾ ਕੁਝ ਕਰੋ, ਟਾਈਮ ਗੇਨ ਕਰੋ, ਟਾਈਮ ਗੇਨ ਕਰਦੇ ਰਹੋ। ਅਖੀਰ ਸਾਡਾ ਟਰੰਪ ਆਏਗਾ ਤੇ ਫਿਰ ਅਸੀਂ ਚੜ੍ਹਾਈ ਕਰ ਦਿਆਂਗੇ। 20 ਤਰੀਕ ਦੀ ਪੂਰੀ ਤਿਆਰੀ ਸੀ, ਪੂਰੀਆਂ ਉਹ ਪੋਸਟਾਂ ਸਭ ਕੁਝ ਬਣਾ ਕੇ ਰੈਡੀ ਬੈਠੇ ਸੀ। ਬਹੁਤ ਸਾਰੀਆਂ ਪੋਸਟਾਂ ਤਾਂ ਐਸੀਆਂ ਨੇ ਜਿਹੜੀਆਂ ਕਿ ਪਈਆਂ ਹੀ ਰੁਲ ਗਈਆਂ ਨੇ, ਫਾਰਗ ਹੋ ਗਈਆਂ ਨੇ। ਕਿਉਂਕਿ ਬੰਦਾ ਸੋਚਦਾ ਕੁਛ ਹੋਰ ਨੇ, ਦੁਸ਼ਮਣ ਕੁਛ ਹੋਰ ਸੋਚਦਾ, ਰੱਬ ਦੀ ਜ਼ਾਤ ਕੁਛ ਹੋਰ ਕਰਦੀ ਹੈ ਤੇ ਹਰ ਕੰਮ ਉਹਨਾਂ ਦਾ ਮਕਸਦ ਪੂਰਾ ਨਹੀਂ ਹੋ ਸਕਦਾ। ਜਿਹੜਾ ਮਕਸਦ ਉਹ ਬਣਾਉਂਦੇ ਨੇ ਉਹ ਹਰ ਚੀਜ਼ ਹੀ ਪੂਰਾ ਨਹੀਂ ਹੋ ਸਕਦਾ ਤਾਂ ਨਹੀਂ ਹੁੰਦਾ। ਦੇਖੋ ਤੁਸੀਂ, ਟਰੰਪ ਆਇਆ, ਸਭ ਤੋਂ ਪਹਿਲੇ ਉਹਨਾਂ ਨੇ ਕੀ ਕੰਮ ਕੀਤਾ? ਉਹਨਾਂ ਨੇ ਕਿਹਾ ਜੀ ਕੋਈ ਮਜ਼ਾਕਰਾ ਨਹੀਂ ਕਰਨਾ। ਉਹੀ ਰੋਲੇ, ਉਹੀ ਨਾਰੇ, ਉਹੀ ਬਕਵਾਸ, ਉਹੀ ਸਾਰਾ ਕੁਝ ਸਟਾਰਟ। ਉਹਦਾ ਘੀਸ ਵੱਟੀ ਸੀ, ਜਿਹਨੂੰ ਕਹਿੰਦੇ ਨੇ ਕੰਬਲ ਲੈ ਘੀਸ ਵੱਟੀ ਸੀ, ਚਲਾ ਕੇ ਸਭ ਕੁਝ ਪਰਾਂ ਮਾਰਿਆ। ਕੋਈ ਮਜ਼ਾਕਰਾ ਨਹੀਂ ਜੀ, ਕੋਈ ਕੁਛ। ਤੁਸੀਂ ਹੁਣ ਟੀਵੀ ਔਨ ਕਰੋ, ਕੋਈ ਵੀ ਚੈਨਲ ਲਾ ਲਓ, ਉੱਥੇ ਜਾਂ ਮਾਨੀ ਜਾਂ ਜਨਾਬ ਜੀ ਇਹਨਾਂ ਦੇ ਜਿਹੜੇ ਉਹ ਵਿੱਚ ਵਾੜੇ ਨੇ ਅਦਾਰਿਆਂ ਦੇ ਬੰਦੇ, ਉਹ ਇੱਕ ਸੁਪਰੀਮ ਕੋਰਟ ਦੇ ਕੋਈ 2-4 ਰਹਿ ਗਏ ਨੇ ਥੋੜੇ ਜਿਹੇ, ਤੇ ਪਹਿਲੇ ਤਾਂ ਬਹੁਤ ਸਾਰੇ ਸੀ। 3 ਸਾਲ 7 ਮਹੀਨੇ ਕੰਮ ਇਹੀ ਕੀਤਾ ਹੈ ਕਿ ਐਸਾ ਬੰਦੋਬਸਤ ਕੀਤਾ ਹੈ ਕਿ ਅਸੀਂ ਕੱਲ ਨੂੰ ਉੱਤਰ ਵੀ ਜਾਈਏ ਤੇ ਇੱਥੇ ਸਾਡੇ ਰੋਲੇ ਪਏ ਰਹਿਣ। ਅਸੀਂ ਹਰ ਮਹਿਕਮੇ ਦੇ ਵਿੱਚੋਂ ਕਾਰਵਾਈ ਪਈ। ਤੁਸੀਂ ਅੰਦਾਜ਼ਾ ਕਰੋ ਕਿੰਨੀ ਦੇਰ ਹੋ ਗਈ ਇਹਨੂੰ ਲਾਏ ਨੂੰ। ਉਹਦੀ ਕਾਨੂੰਨੀਆਂ ਸਾਜ਼ਿਸ਼ਾਂ ਦੇਖੋ, ਅੱਜ ਤੱਕ ਹਰ ਅਦਾਰੇ ਦੇ ਵਿੱਚ ਬੰਦੇ ਸਹੂਲਤਕਾਰੀ ਕਰ ਰਹੇ ਨੇ। ਮਤਲਬ ਕਿ ਉਹਨਾਂ ਨੂੰ ਸਭ ਤੋਂ ਵੱਡਾ ਐਡਵਾਂਟੇਜ ਕੀ, ਜਿਹੜਾ ਸਭ ਉਹ ਗੌਰਤਲਬ ਇਹ ਗੱਲ ਹੈ ਕਿ ਇੰਨੇ ਬੰਦੇ ਆਮ ਬੰਦੇ ਦੇ ਪਿੱਛੇ ਤੇ ਨਹੀਂ ਲੱਗਦੇ। ਇਹਦੇ ਵਾਸਤੇ ਤੁਹਾਨੂੰ ਸੌਖੀ ਗੱਲ ਸਮਝਾਉਣਾ ਕਿ ਮਜ਼ਹਬੀ ਫਰੀਜ਼ਾ ਇੱਕ ਖਾਸ ਮਜ਼ਹਬ ਦੇ ਪੈਰੋਕਾਰ ਨੇ, ਜਿੰਦਾ ਇਹ ਪੈਰੋਕਾਰ ਹੈ। ਉਹ ਆਪਣੇ ਇੱਕ ਵੱਖਰਾ ਉਹਨਾਂ ਦਾ ਮਜ਼ਹਬ ਹੈ ਤੇ ਆਪਣੇ ਨੂੰ ਇਸਲਾਮ ਨਾਮ ਰੱਖ ਕੇ, ਇਸਲਾਮ ਦਾ ਨਾਮ ਇਸਤੇਮਾਲ ਕਰਕੇ ਮੁਸਲਮਾਨਾਂ ਨੂੰ ਆਪਣੇ ਦੀਨ ਤੋਂ ਭਟਕਾਉਣ ਵਾਸਤੇ ਤੇ ਮੁਲਕ ਤੋਂ ਗੱਦਾਰ ਬਣਾਉਣ ਵਾਸਤੇ ਸਾਰਾ ਕੁਝ ਨਾਲ ਬੰਦੋਬਸਤ ਕੀਤਾ ਹੈ ਤੇ ਇਹ ਪੈਦਾ ਹੀ ਇਸ ਵਜ੍ਹਾ ਕੀਤੇ ਸੀ। ਹੁਣ ਦੋਸਤੋ, ਟਰੰਪ ਆ ਗਿਆ। ਟਰੰਪ ਤੇ ਤਾਂ ਸਾਰਾ ਦਰਮਦਾਰ ਹੁੰਦੇ ਤੇ ਆ। ਹੁਣ ਅਸੀਂ ਦੁਨੀਆ ਨੂੰ ਲੈਟਰ ਲਿਖ ਕੇ, ਸਾਰਾ ਕੁਝ ਲਿਖ ਕੇ ਪਹਿਲੇ ਅਸੀਂ ਕੱਚਾ ਰੱਖਿਆ ਹੈ। ਹੁਣ ਉਹਨੂੰ ਪੱਕਾ ਕਰਨਾ ਹੈ। ਉਹ ਪੱਕਾ ਕਰਨ ਵਾਸਤੇ ਹਰ ਮਹਿਕਮੇ ਦੇ ਜਿਹੜੇ ਬੱਚੇ ਖੁੱਚੇ ਬੰਦੇ ਨੇ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰਤੀਆਂ ਨੇ। ਸਭ ਤੋਂ ਪਹਿਲੇ ਤੁਸੀਂ ਗੌਰ ਕਰੋ ਕਿ ਗੱਲ ਕੋਈ ਹੋ ਰਹੀ ਹੈ, ਜ਼ਿਕਰ ਕੋਈ ਹੋ ਰਿਹਾ ਹੈ, ਦਫਾਤ ਕੋਈ ਨੇ, ਕੇਸ ਕੋਈ ਹੈ। ਉਹ ਮਨਸੂਰ ਅੰਦਰ ਬੈਠਾ ਹੈ, ਉਹ ਜਨਾਬ ਜੀ ਲੈ ਉਹਨੂੰ ਕਿਸੇ ਪਾਸੇ ਗਿਆ। ਉਹਦੇ ਵਿੱਚ ਤੁਸੀਂ ਦੇਖੋ ਕਿ ਡਰਾਮੇ ਕੈਸੇ ਨੇ। ਔਰ ਜਿਹੜਾ ਕੇਸ ਉਹਨਾਂ ਨੇ, ਗਲਤੀ ਨਹੀਂ ਹੋਈ,
ਇਹ ਵੀ ਕਿਸੇ ਨੇ ਵਿੱਚੋਂ ਅੰਦਰੋਂ ਹੀ ਕਿਸੇ ਨੇ ਉਹ ਕਹਿੰਦੇ ਨਾ ਇੱਧਰ ਸਹੀ ਨਾ ਇੱਧਰ ਸਹੀ, ਕਿਸੇ ਨੇ ਵਿੱਚੋਂ ਹੀ ਉਹ ਕਰਾਈ। ਤੁਸੀਂ ਆਪ ਸਮਝਦਾਰ ਹੋ। ਉਹ ਵਿੱਚੋਂ ਹੀ ਕਿਸੇ ਨੇ ਚੱਕਰ ਚਲਾਇਆ ਇੱਕ ਮਸਲੇ ਨੂੰ ਉਲਝਾਉਣ ਵਾਸਤੇ। ਉਧਰ ਟਰੰਪ ਦਾ ਆਉਣ ਦਾ ਟਾਈਮ ਸੀ, ਉਧਰੋਂ ਜਨਾਬ ਇਹ ਕੇਸ ਲਾ ਕੇ ਆਤਾ ਉਹੀ ਨੇ ਕਿ ਕੇਸ ਕੋਈ, ਗੱਲ ਕੋਈ ਤੇ ਫੈਸਲਾ ਕੋਈ। ਉਹਦੇ ਵਿੱਚ ਜਨਾਬ ਮੈਂ ਜੀ ਆਈਨੀ ਆਰਡਰ ਤੇ ਫਲਾਨਾ ਤੇ ਟਮਕਾਨਾ ਉਹ ਸਾਰਾ ਕੁਝ ਲਿਆ ਕੇ ਰੋਲਾ ਬਣਾਉਣ ਦੀ ਕੋਸ਼ਿਸ਼ ਕੀ ਕਿ ਬਾਹਰ ਦੇ ਮੁਲਕਾਂ ਨੂੰ ਦੱਸਣ ਵਾਸਤੇ ਕਿ ਰੋਲਾ ਕੋ ਬਣ ਜਾਵੇ। ਬਾਹਰ ਦੇ ਮੁਲਕਾਂ ਨੂੰ ਦੱਸੀਏ ਕਿ ਅਦਾਲਤਾਂ ਦੇ ਵਿੱਚ ਵਿਆਹ ਹੋ ਰਿਹਾ ਤੇ ਫਲਾਣੇ ਪਾਸੇ ਵਿਆਹ ਹੋ ਰਿਹਾ, ਉਹ ਜਨਾਬ ਸਜ਼ਾ ਹੋ ਗਈ ਇਮਰਾਨ ਖਾਨ ਨੂੰ। ਤੇ ਇਹ ਸਾਰਾ ਕੁਝ ਤਿਆਰੀਆਂ ਤੁਹਾਡੇ ਵਾਸਤੇ ਨਹੀਂ ਕਰਦੇ, ਬਾਹਰ ਵਾਸਤੇ ਜਿਹੜੇ ਇਹਨਾਂ ਦੇ ਪਿੱਛੇ ਹੈਂਡਲਰ ਨੇ ਉਹਨਾਂ ਵਾਸਤੇ ਕਰਦੇ ਨੇ। ਉਹਨਾਂ ਨੂੰ ਸਕੈਚ ਬਣਾ ਕੇ ਮੋਲ ਬਣਾ ਕੇ ਦਿਖਾਉਂਦੇ ਨੇ ਤਾਂ ਕਿ ਇਹਦੇ ਉੱਤੇ ਸਾਡਾ ਕੰਮ ਪਵੇ। ਹੁਣ ਉਹ ਮਨਸੂਰ ਅਲੀ ਖਾਨ ਪਿਆ ਕਰਨਾ, ਸੋਰੀ ਉਹਦਾ ਮਨਸੂਰ ਹੈ, ਉਹਨੇ ਭਾਈ ਜੀ ਰੌਲਾ ਪਾਤਾ, ਕੇਸ ਕੋਈ ਸੀ, ਮਾਮਲੇ ਖਸੂਸੀ ਵੀ ਸ਼ਾਮਲ ਕਰ ਲਏ ਨੇ ਤੇ ਕਹਿੰਦਾ ਜੀ ਕਿ ਮੇਰੇ ਕੋਲ ਅਥਾਰਟੀ, ਮੈਂ ਜਨਾਬ ਆਰਡਰ ਜਾਰੀ ਕਰਨਾ। ਹੁਣ ਜੱਜ ਜਿਹੜਾ ਹੈਗਾ ਉਹਦੀ ਕੋਈ ਲਿਮਟ ਹੁੰਦੀ ਜੱਜ ਦੀ ਇਹ ਨਹੀਂ ਕਿ ਜੱਜ ਕੁਛ ਵੀ ਕਰ ਦੇਵੇ, ਕੱਲ ਨੂੰ ਆਰਡਰ ਕਰ ਦੇਵੇ ਜੀ ਚਿੜੀਆ ਘਰ ਖਾਲੀ ਕਰ ਦਿਓ, ਸਾਰੇ ਜਾਨਵਰ ਬਾਹਰ ਛੱਡ ਦਿਓ ਸੜਕਾਂ ਤੇ। ਬਈ ਕੋਈ ਆਰਡਰ ਦੀ ਕੋਈ ਲਿਮਟ ਹੈਗੀ ਨਾ, ਕੋਈ ਤਰੀਕਾਕਾਰ ਹੁੰਦਾ ਹੈ, ਨਹੀਂ ਕਿ ਜੋ ਮਰਜ਼ੀ ਤੁਸੀਂ ਮੂੰਹ ਚੁੱਕ ਕੇ ਲਿਖ ਦਿਓ ਬਈ ਲਿਖੀ ਜਾ ਜੋ ਮਰਜ਼ੀ। ਉਹ 2 ਦਿਨ ਹੋ ਗਏ ਨਾ, ਅਦਾਲਤਾਂ ਦਾ ਵੀ ਟਾਈਮ ਖਰਾਬ, ਕੇਸ ਵੀ ਸਾਰੇ ਪੈਂਡਿੰਗ, ਤੇ ਜਿਹੜੇ ਕੇਸ ਉਹ ਨਹੀਂ ਸੁਣ ਸਕਦਾ ਉਹੀ ਸੁਣਦਾ ਪਿਆ ਉਹ ਜਾਣ ਬੁੱਝ ਕੇ। ਮਕਸਦ ਕੀ ਹੈ ਕਿ ਮੈਂ ਇਹ ਪੁੱਠੀਆਂ ਹਰਕਤਾਂ ਕਰਾਂ, ਮੇਰੇ ਤੇ ਕੋਈ ਰੈਫਰੈਂਸ ਪਾਉਣ, ਮੈਨੂੰ ਲੈ ਕੇ ਜਾਣ ਕੋਰਟ ਦੇ ਵਿੱਚ ਤੇ ਬਾਹਰ ਸੜਕਾਂ ਦੇ ਬੰਦੇ ਜਾਣ ਤੇ ਰੌਲਾ ਪੈ ਜਾਵੇ ਫੜ ਲਓ ਜਾਵੇ। ਸੋਸ਼ਲ ਮੀਡੀਆ ਨਾਲ ਖੇਡਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ। 20 ਤਰੀਕ ਤੁਸੀਂ ਯਾਦ ਕਰੋ, ਅੱਜ ਕਿੰਨੀ ਤਰੀਕ ਹੈ, 3 ਦਿਨ ਹੋਏ ਨੇ ਹਾਲੀ। ਪਰ ਮੈਂ ਕਿੰਨੇ ਦਿਨਾਂ ਤੋਂ ਦੱਸ ਰਿਹਾ ਸੀ ਕਿ 20 ਤਰੀਕ ਨੂੰ ਇਹਨਾਂ ਨੇ ਤਿਆਰੀ ਕੀਤੀ ਹੈ, ਜੋ ਬਾਹਰ ਸਾਰੀਆਂ ਪੋਸਟਾਂ ਤਿਆਰ ਕਰਕੇ ਬੈਠੇ ਜੇ, ਜਿੰਨਾ ਵੀ ਇਹਨਾਂ ਦਾ ਪੇਡ ਮੀਡੀਆ ਉਹ ਰੈਡੀ ਬੈਠਾ ਹੈ। 20 ਤਰੀਕ ਤੋਂ ਬਾਅਦ ਇਹਨਾਂ ਨੇ ਹਮਲੇ ਕਰਨੇ ਨੇ ਪਾਕਿਸਤਾਨ ਦੇ, ਡਿਜੀਟਲ ਹਮਲੇ ਸ਼ੁਰੂ ਨੇ। ਡਿਜੀਟਲ ਹਮਲੇ ਕਰਨ ਵਾਸਤੇ ਜਿਹੜੇ ਜਵਾਜ਼ ਨੇ ਉਹ ਇਹਨਾਂ ਦੇ ਜਿਹੜੇ ਅੰਦਰ ਘੁਸ ਬੈਠੀਏ ਨੇ, ਅਦਾਰੇ ਦੇ ਵਿੱਚ ਘੁਸ ਬੈਠੀਏ, ਉਹ ਕਰੀ ਜਾ ਰਹੇ ਨੇ। ਅੱਜ ਕੱਲ ਮੀਡੀਆ ਖੋਲੋ ਤੇ ਇਹ ਮਾਨੀ ਸ਼ਾਨੀ ਤੋਂ ਇਲਾਵਾ ਇੱਕ ਜਨਾਬ ਇੱਕ ਹੋਰ ਹੈਗਾ ਮਲਕ ਰਿਆਜ਼, ਉਹਦਾ ਆ ਰਿਹਾ, ਜਿਹਨੂੰ ਕਹਿੰਦੇ ਸੀ ਪ੍ਰੋਪਰਟੀ ਟਾਈਕੂਨ। ਉਹ ਪਾਕਿਸਤਾਨ ਦੀ ਹਰ ਬੁਰਾਈ ਜਿੰਦੇ ਵਿੱਚ ਉਹਦਾ ਹੱਥ ਹੁੰਦਾ ਹੈ, ਮਲਕ ਰਿਆਜ਼ ਦਾ। ਪਾਕਿਸਤਾਨ ਦੇ ਖਜ਼ਾਨੇ ਉਹਨੇ ਪੈਸੇ ਨਹੀਂ ਜਿੰਨੇ ਪੈਸੇ ਪਾਕਿਸਤਾਨ ਦੇ ਹੂੰਚ ਕੇ ਉਹ ਲੈ ਜਾਂਦਾ ਕੱਲਾ ਬੰਦਾ। ਹੁਣ ਉਹ ਬੰਦਾ ਕਦੀ ਧਮਕੀ ਲਾ ਰਿਹਾ ਕਿ ਜੀ ਕਿਹੜੇ ਬੰਦੇ ਨੇ, ਮੈਂ ਦੱਸ ਦਿਆਂਗਾ, ਮੇਰੇ ਕੋਲ ਮੇਰਾ ਸੀਨਾ ਖੁੱਲ ਜਾਏਗਾ ਤੇ ਯੂੰ ਜਿਹੜਾ ਗੰਦ ਬਾਹਰ ਕੱਢਣਾ ਕੱਢਿਆ ਸੀ ਤੇ ਚਾਹਨੇ ਕੱਢ। ਇਹ ਹੋਇਆ ਕਿਉਂ ਹੈ? ਇਹ ਵੀ ਤਾਂ ਗੌਰ ਕਰੋ ਕਿਉਂ ਹੋਇਆ। ਜਿਸ ਤਰ੍ਹਾਂ ਕਹਿੰਦੇ ਨਾ ਇੱਕ ਮੱਛਰ ਸਾਲਾ, ਇੱਕ ਮੱਛਰ ਆਦਮੀ को हिजड़ा बना देता है। ਤੁਸੀਂ ਡਾਇਲੌਗ ਸੁਣਿਆ ਹੈ। ਹੁਣ ਇਹਦਾ ਉਲਟ ਵੀ ਤੇ ਹੈਗਾ ਨਾ, ਅਗਰ ਇੱਕ ਮੱਛਰ ਆਦਮੀ को हिजड़ा बना देता है ਤੇ ਇਹਦਾ ਉਲਟ ਅਗਰ ਇੱਕ ਸਹੀ ਬੰਦਾ ਜਾਵੇ ਤੇ ਉਹ ਸਾਰੇ ਨਿਜ਼ਾਮ ਨੂੰ ਸਿੱਧਾ ਕਰ ਦਿੰਦਾ। ਆਦਮੀ ਸਹੀ ਕੌਣ ਹੁੰਦਾ? ਆਦਮੀ ਸਹੀ ਹੁੰਦਾ ਜਿਹੜਾ ਵਿਕੇ ਨਾ, ਜਿਹਦੀ ਕੀਮਤ ਨਾ ਲੱਗੇ, ਉਹ ਸਹੀ ਹੁੰਦਾ ਨਾ। ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਜਦੋਂ ਅਸੀਂ ਆਇਨ ਤੇ ਕਾਨੂੰਨ ਦੀ ਗੱਲ ਕਰ ਰਹੇ ਨਾ, ਆਮ ਬੰਦੇ ਬੈਠ ਕੇ ਇਹ ਕੰਨ ਲੋਕਾਂ ਦੇ ਪੱਕ ਗਏ ਨੇ, ਆਇਨ ਕਾਨੂੰਨ। ਕੋਈ ਕਹਿੰਦੇ ਨੇ ਆਇਨ ਕਾਨੂੰਨ ਹੁੰਦਾ ਕੀ ਹੈ? ਕੋਈ ਬੰਦਾ ਕਹਿੰਦਾ ਜੀ ਆਇਨ ਤੇ ਕਾਨੂੰਨ ਜਿਹੜਾ ਨਾ ਉਹ ਇੱਕ ਪੇਪਰ ਹੈ, ਉਹਨੂੰ ਰੱਦੀ ਟੋਕਰੀ ਸੁੱਟ ਦਈਦਾ ਤੇ ਸੁੱਟ ਵੀ ਦਿੰਦੇ ਨੇ। ਕੋਈ ਆਇਨ ਤੇ ਕਾਨੂੰਨ ਨੂੰ ਕੁਛ ਤਸ਼ਰੀਹ ਕਰਦਾ, ਕੋਈ ਕੁਛ ਤਸ਼ਰੀਹ ਕਰਦਾ। ਆਇਨ ਤੇ ਕਾਨੂੰਨ ਨੂੰ ਖੇਡ ਬਣਾਈ ਹੈ। ਲੇਕਿਨ ਤੁਸੀਂ ਗੌਰ ਕਰੋਗੇ, ਜਦੋਂ ਤੁਸੀਂ ਆਇਨ ਤੇ ਕਾਨੂੰਨ ਤੇ ਥੋੜਾ ਜਿਹਾ ਵੀ ਚੱਲਣਾ ਸ਼ੁਰੂ ਕਰੋ, ਥੋੜਾ ਜਿਹਾ ਵੀ, ਤੁਹਾਡੀ ਇਕਨੋਮੀ ਕਿਸ ਤਰ੍ਹਾਂ ਉੱਪਰ ਜਾਂਦੀ ਹੈ, ਤੁਹਾਡੇ ਅਦਾਰੇ ਕਿਸ ਤਰ੍ਹਾਂ ਸਿੱਧੇ ਹੁੰਦੇ ਨੇ, ਤੁਹਾਡੇ ਮੁਲਕ ਦਾ ਸਕੂਨ ਕਿਸ ਤਰ੍ਹਾਂ ਹੁੰਦਾ ਹੈ। ਕਿੰਨੇ ਬੰਦੇ ਸਕੂਨ ਖਰਾਬ ਕਰਨ ਵਾਸਤੇ ਲੱਗੇ ਹੋਣ, ਡਿਜੀਟਲ ਹਮਲੇ ਹੋ ਰਹੇ ਹੋਣ, ਤੁਹਾਨੂੰ ਬਚਾਉਂਦਾ ਕੌਣ ਹੈ? ਆਇਨ ਤੇ ਕਾਨੂੰਨ। ਅੱਜ ਅਗਰ ਇਹ ਮੁਲਕ ਬਿਹਤਰੀ ਵਾਲੇ ਪਾਸੇ ਟੁਰ ਪਿਆ ਹੈ, ਇੰਨੀਆਂ ਰੁਕਾਵਟਾਂ ਦੇ ਬਾਵਜੂਦ, ਇੰਨੇ ਰੋੜੇ ਅਟਕਾਉਣ ਦੇ ਬਾਵਜੂਦ, ਉਹਨੇ ਸਿਰਫ ਇੱਕੋ ਚੀਜ਼ ਕਾਰ ਫਰਮਾਇਆ, ਉਹਨੂੰ ਕਹਿੰਦੇ ਨੇ ਆਇਨ ਤੇ ਕਾਨੂੰਨ। ਇਹ ਪਾਰਲੀਮੈਂਟ
अगर आइन ते कानून ते ना खलोवे तो इहदा कोई एडी वुकत ना होवे, इहदी कोई ना सुने। ए जिहड़ा आर्मी चीफ अगर आइन ते कानून की गल ना करे तो इहदी इन्नी पावर ना होवे। ਜਿਹੜੇ ਅਦਾਰੇ 'ਚ बैठे ਵੱਡੇ ਵੱਡੇ जज ने अगर आइन ते कानून की गल ना करन तो फिर मनसूर होन, फिर मुनीब होन, फिर जज ना होन। हुण कदे किसी ने भुखे नूं पुछा चंद किहो जिहा, उन्हें कहा रोटी वर्गा। बई जिहड़ी भी गल होनी 26वीं तरमीम, वो घर बुढ़ी पुछदी होर सालन लैना 26वीं तरमीम, वो पुछदी मैनूं शॉपिंग ते ले जाओ 26वीं तरमीम। वो भी 26वीं तरमीम पार्लीमेंट ने पास की है, पार्लीमेंट का हक बनता है, उन्हें पास की है। हुण ए तो पहले रौला मुकाओ ना, दसो लोगों को भी उनका राइट है आर्मी अपना आर्मी करना पिया पार्लीमेंट का, पार्लीमेंट का राइट है, उनका हक बनता है। उन्हें कानून पास किया है, जिहड़ा कानून जिहड़ी पार्लीमेंट सब तो सुप्रीम है। क्यों सुप्रीम है, यह भी गल ते गौर करो कि क्यों सुप्रीम है। वो अवाम की ताकत है, अवाम उत्थे बोलती है, अवाम के नुमाइंदे बोलते हैं। किसी अदारे नूं कोई हक नहीं पहुंचा, कोई जरूरत नहीं है कि वह अवामी आवाज नूं दबा दे। मार्शल की होंदा है, अवामी आवाज नूं दबाता जाता है, मार्शल नूं कोई लाइक नहीं करता। एक जज, एक दो जज, चार जज उठ के, भावें सारा सुप्रीम कोर्ट उठ के अवाम की आवाज नूं दबाएगा तो गलत होएगा। हर वो चीज जिहड़ी अवाम की आवाज नूं दबांदी है वो गलत है, वो मार्शल वर्गी हो जाती है। लिहाजा इस गल नूं पहले अंडरस्टैंड करो। खबरां पढ़न मैं तुहानूं इत्थों फड़ के इधरों खबर सुना दें, फलाने ने यह कहता है, फलाने ने यह कहता है, पूरी तफसील अगे रख के बह जावां, अखबार फड़ के बह जावां, दो तीन चार अखबार पढ़ के पूरी खबरां तैयार करके तुहानूं एने भी सुबह जनाब केस लगा, मंसूर रह क्या, हाँ मगरों उन्हें बुला लिया अपना अदालती मामन बना के, फलाना किता टुकाना, अखीर जनाब फैसला महफूज करके दफा हो गया। तो यह गल्लां मैं भी सुनावांगा, तुहानूं लोग भी सुना रहे हैं, तो गल तो हुई होगी। मैं तुहानूं जनरल गल्लां पे कर रहा कि साडे नाल हो की रहा, असीं कित्थे खड़े हैं। जे अल्लाह सपुर्द करन वाले दे नाल खलोना जे तुहाडी मर्जी है, ट्रंप ते सपुर्द करके खलोना वाले दे खलोना जे वो भी तुहाडी मर्जी है। असीं लोग पता नहीं किहड़ी असासे कमतरी च गए हैं। साडे बंदे कोई पढ़ लिख जाता ना तो उन्होंने पंजाबी बोलता है, सराइकी बोलता है, कोई अपनी मुकामी जुबान बोलता है। दूसरे कहते हैं पढ़ लिख के तो पल्लू ही है तू। यह की गल है भी उहदी मुकामी उहदी मदर टंग है। सारी दुनिया के मुल्क बाहर के मुल्कों को मुतासर करते हैं कि असीं ए गए हैं। असीं सब तो पहले अपने गली महल्ले को मुतासर करन लग पैंदे हैं। वो जिहड़ी बोली बोल रहा है जिन्होंने तुसीं पल्लू कह रहे जे, उनका प्यो दादा परदादा ताए चाचे सारे उही बोलते सी, जम्मिया पले उहदे च। हुण उर्दू बोलेगा फिर ही मौजूद होएगा, वरना नहीं होएगा। तुसीं इंडिया चले जाओ, दूसरे मुल्कां चले जाओ, सारे मुल्कां डिफरेंट लैंग्वेज बोली जांदियां ने। हर बंदा अपनी मदर टंग जिहड़ी वो मां की जुबान है उन्होंने बोल के फख्र महसूस करता है। असीं पहले उत्थे चढ़ जाने, इत्थों असीं शुरू होने हैं। देखा देखी फलाना बंदा जनाब पीटीआई का हो गया, जनाब बल्ले बल्ले पीटीआई का हो तो मॉडर्न नहीं हो तो नहीं। असीं ओही जिहड़ा गली महल्ले च करने ओही इत्थे करने हैं। अकलां साडियां फर्क हो जांदियां ने, आपे अपने मुल्क का नुकसान कर रहे होंने हैं, आपे अपना बेड़ागर कर रहे होंने हैं। सानूं ते दुश्मन की लोड़ ही कोई नहीं। साडे दुश्मन विच जम पे ने, साडे औलादां च दुश्मन जम पे ने। किस तरह जम्मे ने? इस तरह सस कमतरी नाल। बहरहाल टाइम मैं वेख्या काफ़ी सारा हो गया, वीडियो बड़ी लंबी होती जाती, दोवां याद रखना। चैनल को सबसक्राइब करना, लाइक करना, शेयर करना। कोई होर गल्लां करन वास्ते मैं फिर दोबारा आवांगा। अल्लाह हाफिज़।